ਅਜੇ ਬਹੁਤ ਥੋੜਾ ਸਮਾਂ ਹੀ ਹੋਇਆ ਸੀ, ਬਹੁਤ ਵਧੀਆ ਤੁਹਾਡਾ ਕੰਮ ਚੱਲ ਰਿਹਾ ਸੀ, ਅਜਿਹਾ ਕੀ ਹੋਇਆ ਅਸਤੀਫਾ ਦੇਣਾ ਪੈ ਗਿਆ? ਪਰਸਨਲ ਰੀਜ਼ਨਸ ਹੁੰਦੇ ਆ ਤਾਂ ਫਿਰ ਪਰਸਨਲ ਰੀਜ਼ਨ ਇਹ ਨਹੀਂ ਕੋਈ ਮੈਨੂੰ ਪੋਲੀਟੀਕਲ ਪਰਸਨਲ ਰੀਜ਼ਨ ਸੀਗੇ। ਤੁਹਾਡੇ ਅਸਤੀਫੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਚਰਚਾ ਛੇੜ ਦਿੱਤੀ ਹੈ। ਉਹ ਕਹਿ ਰਹੇ ਨੇ ਕਿ ਦਿੱਲੀ ਦਾ ਪ੍ਰੈਸ਼ਰ ਸੀਗਾ ਜਾਂ ਫਿਰ ਜੋ ਹਾਲ ਹੀ ਦੇ ਵਿੱਚ ਕਹਿੰਦੇ ਇੱਕ ਬਹੁਤ ਸੀਨੀਅਰ ਅਧਿਕਾਰੀ ਦੇ ਨਾਲ ਤੁਹਾਡੀ ਵਰਬਲ ਸਪੈਟ ਹੋਈ ਹੈ। ਕਿੰਨਾ ਕੁ ਸੱਚ ਹੈਗਾ ਕਿ ਵਾਕਈ ਇਹ ਰੀਜ਼ਨ ਸੀ ਜਾਂ ਜਿਸ ਨੂੰ ਹੁਣ ਤੁਸੀਂ ਇਹ ਪਰਸਨਲ ਕਰ ਰਹੇ ਹੋ? ਤਾਂ ਕੋਈ ਇਹ ਨਹੀਂ, ਕਿਸੇ ਨਾਲ ਕੋਈ ਗੱਲ ਨਹੀਂ। ਕਈ ਐਵੇਂ ਕਿਸੇ ਨੂੰ ਪਿੱਠ ਸੁਣਦੀ ਹੈ ਸਭ ਸਾਰਿਆਂ ਨੇ ਜਿੰਨੇ ਆਫੀਸਰ ਸੀ। ਸਰ ਨੇ ਅੱਜ ਵੀ ਬਿਆਨ ਦਿੱਤਾ, ਕਹਿੰਦੇ ਮੈਂ ਤਾਂ ਅਖੀਰਲੇ ਟਾਈਮ ਤੱਕ ਮਨਾਉਂਦਾ ਰਿਹਾ, ਅੱਗੇ ਵੀ ਸਰਵਿਸਿਜ਼ ਜਾਂ ਅੱਗੇ ਵੀ ਕਿਸ ਤਰੀਕੇ ਦੇ ਨਾਲ ਤੁਹਾਡਾ ਸਲਾਹ ਜਿਹੜੀ ਹੈ ਸਰਕਾਰ ਨੂੰ ਬਹੁਤ ਮੈਂ ਵੀ ਕਹੀਏ ਬਹੁਤ ਮਤਲਬ ਤਹਿ ਦਿਲ ਤੋਂ ਉਹਨਾਂ ਨੇ ਕਿਹਾ ਕਿ ਆਈ ਵਾਂਟ ਕੀ ਪਤਾ ਹੈ ਸਰਕਾਰਾਂ ਨੇ ਪਾਰਟੀਆਂ ਨੇ ਸਾਡੇ ਬਾਰੇ ਕੁਝ ਹੋਰ ਸੋਚਿਆ ਹੋਵੇ। ਹਮੇਸ਼ਾ ਇਹ ਸੋਚਣੀ ਚਾਹੀਦੀ ਚੀਜ਼ ਅੱਛੀ ਸੋਚਣੀ ਚਾਹੀਦੀ। ਕੀ ਸੋਚਿਆ ਹੋਏਗਾ ਪਾਰਟੀ ਨੇ? ਅੱਗੇ ਕਦੀ ਪਾਰਟੀ ਦੇ ਵਿੱਚ ਹੋਰ ਰੋਲ ਦੇ ਉੱਤੇ ਨਜ਼ਰ ਆ ਸਕਦੇ? ਮਰਜ਼ੀ ਪਾਰਟੀ ਜਿਹੜੀ ਡਿਊਟੀ ਦੇਗੀ ਉਹ ਅਸੀਂ ਕਰਾਂਗੇ। ਬਾਕੀ ਮਸਲੇ ਹੱਲ ਹੋ ਗਏ। ਤੁਸੀਂ ਕਹਿੰਦੇ ਪੋਲੀਟੀਕਲ ਇਸ਼ੂ ਰਹਿ ਗਏ ਸੀ, ਉਹੀ ਪੋਲੀਟੀਕਲ ਇਸ਼ੂ ਤੁਹਾਡੇ ਅਸਤੀਫੇ ਨਾਲ ਵੀ ਜੋੜ ਰਹੇ ਨੇ। ਉਹ ਕਿਉਂ ਬਾਰ-ਬਾਰ ਆਪੋਜੀਸ਼ਨ ਕਹਿ ਰਹੀ ਹੈ, ਫਿਰ ਕਿਉਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਨਾਲ ਤਾਲਮੇਲ ਨਹੀਂ ਬਣਿਆ, ਦਿੱਲੀ ਔਰ ਪੰਜਾਬ ਦੇ ਵਿੱਚ ਰੇੜਕਾ ਕਹਿੰਦੇ ਬਣ ਚੁੱਕੀ? दौड़ेगा भागेगा बाबा, ऑल सीजन्स के लिए कुछ भी करेगा। आई एम अ मैन ऑफ ऑल सीजन। ਪੰਜਾਬ ਸਰਕਾਰ ਦਾ ਅਦਾਲਤਾਂ 'ਚ ਪੱਖ ਰੱਖਣ ਦੇ ਲਈ ਪੰਜਾਬ ਦੇ ਏਜੀ ਤੇ ਉਹਨਾਂ ਦੀ ਟੀਮ ਦਾ ਇੱਕ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਿਛਲੇ 10 ਮਹੀਨਿਆਂ ਦੀ ਗੱਲ ਕਰੀਏ ਤਾਂ ਪਿਛਲੇ 10 ਮਹੀਨਿਆਂ ਦੇ ਵਿੱਚ 4 ਏਜੀ ਬਦਲ ਚੁੱਕੇ ਨੇ। ਸ਼ੁਰੂਆਤ ਅਤੁਲ ਨੰਦਾ ਤੋਂ ਹੁੰਦੀ ਹੈ, ਏਪੀਐਸ ਦਿਓਲ, ਡੀਐਸ ਪਟਵਾਲੀਆ, ਉਸ ਤੋਂ ਬਾਅਦ ਅਨਮੋਲ ਰਤਨ ਸਿੱਧੂ ਆਉਂਦੇ ਨੇ ਤੇ ਹੁਣ ਵਿਨੋਦ ਘਈ ਉਹਨਾਂ ਨੂੰ ਨਵਾਂ ਏਜੀ ਨਿਯੁਕਤ ਕੀਤਾ ਜਾ ਰਿਹਾ। ਸਾਡੇ ਨਾਲ ਅਨਮੋਲ ਰਤਨ ਸਿੱਧੂ ਨਹੀਂ ਮੌਜੂਦ ਨੇ। ਸੋ ਸਾਹਿਬ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਅਜੇ ਬਹੁਤ ਥੋੜਾ ਸਮਾਂ ਹੀ ਹੋਇਆ ਸੀ, ਬਹੁਤ ਵਧੀਆ ਤੁਹਾਡਾ ਕੰਮ ਚੱਲ ਰਿਹਾ ਸੀ, ਅਜਿਹਾ ਕੀ ਹੋਇਆ ਅਸਤੀਫਾ ਦੇਣਾ ਪੈ ਗਿਆ? ਮੈਂ ਐਕਚੁਅਲੀ 19 ਤਰੀਕ ਦਾ ਹੀ ਦੇਤਾ ਸੀ ਸੀਐਮ ਸਾਹਿਬ ਨੂੰ ਰੈਜ਼ਿਗਨੇਸ਼ਨ। 19 ਤਰੀਕ ਨੂੰ ਦੇਤਾ ਸੀ ਤੇ ਮੈਂ ਕਿਹਾ ਸੀ ਜੀ ਮੈਨੂੰ ਰਿਲੀਵ ਕਰੋ। ਤਾਂ ਬਾਕੀ ਇਹ ਗੱਲ ਨਹੀਂ ਵੀ ਕੋਈ ਮੈਨੂੰ ਮਨ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਸੀਗੀ, ਮਤਲਬ ਪਰਸਨਲ ਕਈ ਵਾਰੀ ਇਹੋ ਜਿਹੀਆਂ ਪ੍ਰੋਬਲਮਸ ਹੁੰਦੀਆਂ, ਉਸੇ ਕਰਕੇ ਮੈਂ ਕਿਹਾ ਜੀ ਬਾਕੀ ਮੈਂ ਹਾਜ਼ਰ ਹਾਂ ਤੁਹਾਡੇ ਲਈ, ਹਮੇਸ਼ਾ ਹਾਜ਼ਰ ਹਾਂ। ਜਦੋਂ ਵੀ ਮੈਨੂੰ ਤੁਹਾਨੂੰ ਲੋੜ ਪਈ ਮੈਨੂੰ ਬੁਲਾਇਓ ਤੇ ਮੈਂ ਸੇਵਾ ਕਰੂੰਗਾ। ਮੈਂ ਧੰਨਵਾਦ ਹੈ ਜਿਹੜਾ ਮੈਨੂੰ ਇੰਨਾ ਟਾਈਮ ਦਿੱਤਾ, ਸੀਐਮ ਸਾਹਿਬ ਨੇ ਦਿੱਤਾ, ਕੇਜਰੀਵਾਲ ਸਾਹਿਬ ਨੇ ਦਿੱਤਾ, ਰਾਘਵ ਚੱਡਾ ਜੀ ਨੇ ਦਿੱਤਾ ਤੇ ਆਈ ਐਮ ਗ੍ਰੇਟਫੁਲ ਟੂ them। ਤਾਂ ਬੜੀ ਸਿੰਸੈਰਿਟੀ ਦੇ ਨਾਲ ਕੰਮ ਕੀਤਾ। ਮੈਨੂੰ ਮੇਰੀ ਟੀਮ ਨੇ ਵੀ ਜਿਹੜੇ ਸੀ ਸਭ ਆਫੀਸਰਸ ਵੀ ਸਾਰੇ ਉਹ ਦੇ ਆਲ ਮਤਲਬ ਸਲੂਟਡ ਦੀ ਲੀਗਲ ਸਿਸਟਮ ਅੱਛੀ ਤਰ੍ਹਾਂ ਪਹਿਲੇ ਵੀ ਕਰਦੇ ਆਏ। ਤੇ ਫਿਰ ਮੈਂ ਮੇਰੀ ਕਾਫੀ ਪੁਰਜੋਰ ਰਿਕੁਐਸਟ ਦੇ ਨਾਲ ਸੀਐਮ ਸਾਹਿਬ ਨੂੰ ਫਿਰ ਅੱਜ ਵੀ ਫਿਰ ਮੈਂ ਜੋ ਗਿਆ ਦੁਪਹਿਰੇ ਮੈਂ ਕਿਹਾ ਜੀ ਹੁਣ ਮੈਂ ਹੋਰ ਵੀ ਮੇਰੇ ਰੁਝੇਵੇਂ ਹੈਗੇ ਤਾਂ ਤੁਸੀਂ ਹੁਣ ਦੇਖੋ ਇਹ ਹੋਰ ਬਹੁਤ ਅੱਛੇ ਐਡਵੋਕੇਟ ਜਨਰਲ ਨਾਲ ਦੀ ਨਾਲ ਆਏ, ਮੇਰੇ ਦੋਸਤ ਹੈ, ਬਹੁਤ ਅੱਛੇ ਦੋਸਤ ਹੈ ਤੇ ਬਹੁਤ ਚੰਗੇ ਤੇ ਚੱਜੇ ਢੰਗ ਦੇ। ਸਿੱਧੂ ਸਾਹਿਬ ਕੀ ਹੋਇਆ? ਕਿਉਂਕਿ ਐਦਾਂ ਨਹੀਂ ਸੀਗਾ ਕਿ ਤੁਹਾਡੀ ਕੋਈ ਚੀਜ਼ ਦੇ ਉੱਤੇ ਸਵਾਲ ਖੜੇ ਹੋ ਰਹੇ ਹੋਣ। ਹਾਲਾਂਕਿ ਪਿਛਲੀ ਸਰਕਾਰ ਦੀ ਮੈਂ ਗੱਲ ਕਰਾਂ ਤਾਂ ਇੱਕ ਦੌਰ ਉਦੋਂ ਸੀਗਾ ਕਿ ਕੈਬਨਿਟ ਮੰਤਰੀ ਕਹਿੰਦੇ ਸੀ ਕਿ ਏਜੀ ਬਦਲਿਆ ਜਾਵੇ ਔਰ ਸਰਕਾਰ ਕਹਿੰਦੀ ਸੀ ਏਜੀ ਨਹੀਂ ਬਦਲਣਾ। ਤੁਹਾਡਾ ਤਾਂ ਕੰਮ ਵਧੀਆ ਚੱਲ ਰਿਹਾ ਸੀ, ਅਜਿਹਾ ਕੀ ਹੋਇਆ ਕਿ ਤੁਹਾਨੂੰ ਅਸਤੀਫਾ ਦੇਣਾ ਪਿਆ? ਨਹੀਂ, ਬੜੇ ਅੱਛੇ ਸਾਰੇ ਜਿੰਨੇ ਲੀਗਲ ਹਰਡਲ ਸੀ ਜਾਂ ਲੀਗਲ ਇਸ਼ੂ ਸੀ ਸੋਲਵ ਕੀਤੇ ਅਸੀਂ। ਇਹ ਸਾਡੀ ਟੀਮ ਦੇ ਨਾਲ ਰਲ ਕੇ ਸਾਰਿਆਂ ਨੇ ਅਸੀਂ ਇਕੱਠੇ ਕੀਤੇ ਵਿਦ ਸਿੰਸੀਅਰਿਟੀ ਐਂਡ ਡਿਵੋਸ਼ਨ ਸੋਲਵ ਕੀਤੇ। ਪਰ ਉਹ ਜਿਵੇਂ ਆਦੇ ਹੁੰਦੇ ਨਾ ਜਦੋਂ ਕੋਈ ਪਰਸਨਲ ਰੀਜ਼ਨਸ ਹੁੰਦੇ ਆ ਤਾਂ ਫਿਰ ਪਰਸਨਲ ਰੀਜ਼ਨ ਇਹ ਨਹੀਂ ਕੋਈ ਮੈਨੂੰ ਪੋਲੀਟੀਕਲ ਪਰਸਨਲ ਰੀਜ਼ਨ ਸੀਗੇ। ਤਾਂ ਕਈ ਇਹ ਜਿਹੀਆਂ ਚੀਜ਼ਾਂ ਆਪਦੀਆਂ ਮੇਰੀਆਂ ਪਰਸਨਲ ਲਾਈਫ ਦੀਆਂ ਸੀਗੀਆਂ। ਫਿਰ ਮੈਂ ਕਿਹਾ ਇਟ ਇਜ਼ ਬੈਟਰ ਤੇ ਕੀ ਹੁਣ ਕੰਮ ਕਰੀਏ। ਜਿਵੇਂ ਆਦੇ ਨਾ ਸਾਡਾ ਪ੍ਰੋਫੈਸ਼ਨਲ ਗ੍ਰਾਫ ਵੀ ਥੋੜਾ ਜਿਹਾ ਥੱਲੇ ਜਾ ਰਿਹਾ ਸੀ ਕਿਉਂਕਿ ਮੇਰੇ ਤੁਹਾਡਾ ਪ੍ਰੋਫੈਸ਼ਨਲ ਗ੍ਰਾਫ ਥੱਲੇ ਤਾਂ ਨਹੀਂ ਉੱਪਰ ਜਾ ਰਿਹਾ ਸੀ, ਸਗੋਂ ਜਿਸ ਤਰੀਕੇ ਨਾਲ ਤੁਸੀਂ ਲਾਰੈਂਸ ਬਿਸ਼ਨੋਈ ਵਾਲੇ ਮਾਮਲੇ ਦੇ ਵਿੱਚ ਆਪ ਜਾ ਕੇ ਪੈਰਵਾਈ ਕੀਤੀ, ਜੱਗੂ ਭਗਵਾਨਪੁਰੀਆ ਦੀ ਗੱਲ ਹੋਵੇ, ਉਹ ਤੁਹਾਡੀ ਪਿੱਠ ਜਿਹੜੀ ਹੈ ਉਹ ਵੀ ਥਪਥਪਾਈ ਗਈ ਕਾਫੀ। ਹਾਂਜੀ ਹਾਂਜੀ ਬਿਲਕੁਲ ਨਹੀਂ, ਹੁਣ ਵੀ ਤੇ ਸੀਐਮ ਸਾਹਿਬ ਪੂਰੀ ਤਾਰੀਫ ਕਰਦੇ ਜਦੋਂ ਵੀ। ਆਈ ਐਮ ਇੰਡੈਪਟਡ ਟੂ, ਮੈਂ ਚਾਹੁੰਦਾ ਕਿ ਇਕਬਾਲ ਉਹਨਾਂ ਦਾ ਸਲਾਮਤ ਰਵੇ ਤੇ ਹੁਣ ਇਹ ਅੱਗੇ ਤੋਂ ਵੀ ਕੰਮ ਕਰਦੇ ਰਵਾਂ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਕਿ ਤੁਹਾਡੇ ਅਸਤੀਫੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਬਹੁਤ ਚਰਚਾ ਛੇੜ ਦਿੱਤੀ ਹੈ। ਉਹ ਕਹਿ ਰਹੇ ਨੇ ਕਿ ਦਿੱਲੀ ਦਾ ਪ੍ਰੈਸ਼ਰ ਸੀਗਾ ਜਾਂ ਫਿਰ ਜੋ ਹਾਲ ਹੀ ਦੇ ਵਿੱਚ ਕਹਿੰਦੇ ਇੱਕ ਬਹੁਤ ਸੀਨੀਅਰ ਅਧਿਕਾਰੀ ਦੇ ਨਾਲ ਤੁਹਾਡੀ ਵਰਬਲ ਸਪੈਟ ਹੋਈ ਹੈ। ਕਿੰਨਾ ਕੁ ਸੱਚ ਹੈਗਾ ਕਿ ਵਾਕਈ ਇਹ ਰੀਜ਼ਨ ਸੀ ਜਾਂ ਜਿਸ ਨੂੰ ਹੁਣ ਤੁਸੀਂ ਇਹ ਪਰਸਨਲ ਕਰ ਰਹੇ ਹੋ? ਨਹੀਂ, ਚੀਫ ਸੈਕਟਰੀ ਨਾਲ ਤਾਂ ਮੇਰੇ ਬਹੁਤ ਅੱਛੇ ਦੋਸਤ ਤੇ ਤਾਲੁਕਾਤ ਹੈ, ਸਾਡੇ 20 ਸਾਲਾਂ ਦੇ ਬਹੁਤ ਅੱਛੇ ਅਸੀਂ ਫਰੈਂਡ ਹੈ। ਕੋਈ ਇਹੋ ਜਿਹੀ ਗੱਲ ਨਹੀਂ ਵੀ ਉਹਨਾਂ ਨਾਲ ਕੋਈ ਇਹੋ ਜਿਹੀ ਗੱਲ ਹੋਈ ਹੋਵੇ। ਮੈਂ ਤਾਂ ਰਾਤ ਨੂੰ ਉਹਨਾਂ ਨੂੰ ਮਿਲਿਆ ਵੀ 15 ਦਿਨ ਪਹਿਲੇ, ਤਾਂ ਕੋਈ ਇਹੋ ਜਿਹੀ ਕਿਸੇ ਨਾਲ ਕੋਈ ਗੱਲ ਨਹੀਂ। ਕਈ ਐਵੇਂ ਕਿਸੇ ਨੂੰ ਪਿੱਠ ਸੁਣਦੀ ਹੈ ਸਭ ਸਾਰਿਆਂ ਨੇ ਜਿੰਨੇ ਆਫੀਸਰ ਸੀ ਉਹਨਾਂ ਨੇ ਬਹੁਤ
ਵਧੀਆ ਤਰੀਕੇ ਦੇ ਨਾਲ ਸਾਨੂੰ ਅਸਿਸਟੈਂਸ ਪ੍ਰੋਵਾਈਡ ਕੀਤੀ, ਚਾਹੇ ਪੁਲਿਸ ਅਥਾਰਟੀ ਸੀ, ਬਿਊਰੋਕ੍ਰੈਟਿਕ ਅਥਾਰਟੀ ਸੀ, ਹੋਰ ਪ੍ਰੋਫੈਸ਼ਨਲ ਜਿੰਨੀਆਂ ਵੀ ਅਦਾਰਿਆਂ ਦੀ ਅਥਾਰਟੀ ਸੀ, ਬਹੁਤ ਵਧੀਆ ਅਪਾਇੰਟਮੈਂਟਸ ਨੂੰ ਲੈ ਕੇ ਕੋਈ ਰੇੜਕਾ ਤਾਂ ਨਹੀਂ ਸੀ? ਕੋਈ ਕਹਿੰਦੇ ਅਪਾਇੰਟਮੈਂਟਸ ਜਿਹੜੀਆਂ ਅੱਗੇ ਹੋਣੀਆਂ ਸੀ ਉਹ ਤੁਹਾਡੀ ਮਰਜ਼ੀ ਨਾਲ ਨਹੀਂ ਹੋ ਰਹੀਆਂ ਸੀ, ਉਹ ਦਿੱਲੀ ਦੀ ਮਰਜ਼ੀ ਨਾਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ? ਮਰਜ਼ੀ ਨਾਲ ਵੀ ਹੋ ਰਹੀਆਂ ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀ ਸਾਰੀਆਂ। ਅਸੀਂ ਤਾਂ ਚਾਹੁੰਦੇ ਵੀ ਹੁਣ ਜਲਦੀ ਜੋ ਵੀ ਹੈ ਕਰਕੇ ਗਵਰਨਮੈਂਟ ਆਪਦੇ ਸਹੀ ਤਰੀਕੇ ਨਾਲ ਕੰਮ ਕਰੇ, ਵਧੀਆ, ਜਿਹੜੀ ਕਿ ਜਿਵੇਂ ਪਹਿਲੇ ਵੀ ਕਰਦੀ ਆਈ ਹੈ। ਤਾਂ 4 ਮਹੀਨੇ ਬਹੁਤ ਹੁੰਦੇ ਆ, ਐਵੇਂ ਤੁਹਾਨੂੰ ਲੱਗਦਾ ਹੈ ਵੀ 4 ਮਹੀਨੇ ਦਾ ਬੜਾ ਛੋਟਾ ਅਰਸਾ ਹੈ। 4 ਤੀਏ 12 120 ਦਿਨ ਹੋ ਜਾਂਦੇ, ਬਹੁਤ ਹੈ। ਬਾਕੀ ਉਹਦਾ ਸਾਧੂ ਚੱਲਦੇ ਭਲੇ, ਨਗਰੀ ਬਸਦੀ ਭਲੀ। ਕੀ ਅਨਮੋਲ ਰਤਨ ਸਿੱਧੂ ਉਹਨਾਂ ਨੂੰ ਇਹ ਵੀ ਸੀ ਕਿ ਬੇਦਬੀ ਵਾਲੇ ਮਾਮਲੇ ਦੇ ਵਿੱਚ ਕੁਝ ਨਹੀਂ ਹੋ ਰਿਹਾ? ਨਾ ਦੇਖੋ ਕੀਤਾ ਸੀ, ਖਾਸ ਤੌਰ ਤੇ ਰਿਹਾਈ ਨੂੰ ਲੈ ਕੇ ਪ੍ਰੋਫੈਸਰ ਭੁੱਲਰ ਉਹਨਾਂ ਦੀ ਇਹ ਚੀਜ਼ਾਂ, ਕੀ ਇਹ ਚਰਚਾ ਰਹੀਆਂ ਨੇ ਇਸਤੀਫੇ ਦੇ ਵਿੱਚ? ਬੇਅਦਬੀ ਨਾ ਜੀ, ਕੋਈ ਇਹੋ ਜਿਹੀ ਗੱਲ ਨਹੀਂ। ਬੇਅਦਬੀ ਦਾ ਤਾਂ ਮਸਲਾ ਤੁਸੀਂ ਦੇਖੋ, ਅਸੀਂ ਬੜੇ ਚੰਗੇ ਤਰੀਕੇ ਨਾਲ ਜਿੰਨੇ ਵੀ ਕੇਸਿਸ ਸੀ ਸਾਰੇ ਡਿਸਪੋਜ਼ ਆਫ ਕਰਾਏ। ਉਦੋਂ ਬਾਅਦ ਤਾਂ ਹੁਣ ਪੋਲੀਟੀਕਲ ਇਸ਼ੂ ਰਹਿ ਗਏ ਸੀ ਜਿਹੜੇ ਵੀ ਹੈ, ਤੇ ਕੱਲ ਅਸੀਂ ਖਤਮ ਵੀ ਕੀਤੇ। ਬੇਅਦਬੀ ਵਾਲਾ ਇਸ਼ੂ ਵੀ ਜਿੱਥੋਂ ਤੱਕ ਸਾਡਾ ਲੀਗਲ ਇਸ਼ੂ ਸੀ, ਕੱਲ ਸਪੀਕਰ ਸਾਹਿਬ ਵੀ ਸਾਡੇ ਗਏ, ਸਾਡੇ ਕੈਬਨਿਟ ਮਿਨਿਸਟਰ ਵੀ ਗਏ, ਹੋਰ ਸਾਡੇ ਲੀਗਲ ਟੀਮ ਦੇ ਮਤਲਬ ਜਿਹੜੇ ਰਿਪਰੈਜ਼ੈਂਟ ਕਰਦੇ ਸੀ ਉਹ ਪਹਿਲੇ ਤੋਂ ਹੀ ਇਹਨੂੰ ਬੇਅਦਬੀ ਵਾਲੇ ਮਸਲੇ ਨੂੰ ਵੀ ਗਏ, ਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਸਾਰਿਆਂ ਨੂੰ ਸ਼ਾਂਤ ਵੀ ਕੀਤਾ। ਬਾਕੀ ਮਸਲੇ ਹੱਲ ਹੋ ਗਏ। ਤੁਸੀਂ ਕਹਿ ਰਹੇ ਹੋ ਪੋਲੀਟੀਕਲ ਇਸ਼ੂ ਰਹਿ ਗਏ ਸੀ, ਉਹੀ ਪੋਲੀਟੀਕਲ ਇਸ਼ੂ ਤੁਹਾਡੇ ਅਸਤੀਫੇ ਨਾਲ ਵੀ ਜੋੜ ਰਹੇ ਨੇ। ਉਹ ਕਿਉਂ ਬਾਰ-ਬਾਰ ਆਪੋਜੀਸ਼ਨ ਕਹਿ ਰਹੀ ਹੈ, ਫਿਰ ਕਿਉਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਰਕਾਰ ਨਾਲ ਤਾਲਮੇਲ ਨਹੀਂ ਬਣਿਆ, ਦਿੱਲੀ ਔਰ ਪੰਜਾਬ ਦੇ ਵਿੱਚ ਰੇੜਕਾ ਕਹਿੰਦੇ ਬਣ ਚੁੱਕੀ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਦਿੱਲੀ ਵੀ ਸਾਡੀ ਸਰਕਾਰ ਹੈ, ਉਹ ਵੀ ਅੱਛੇ ਤਰੀਕੇ ਨਾਲ ਚੱਲਦੇ, ਆਪਸ ਵਿੱਚ ਰੈਪਟ ਵੀ ਹੈ, ਪੰਜਾਬ ਸਰਕਾਰ ਨਾਲ ਵੀ ਰੈਪਟ ਹੈਗਾ, ਸੀਐਮ ਸਾਹਿਬ ਨਾਲ ਵੀ ਰੈਪਟ ਹੈ ਆਪਸ ਵਿੱਚ, ਤਾਂ ਕੋਈ ਇਹੋ ਜਿਹੀ ਹੈ ਨਹੀਂ ਗੱਲ। ਡੇਟ ਨੂੰ ਲੈ ਕੇ ਵੀ ਇੱਕ ਸਵਾਲ ਖੜਾ ਹੋ ਰਿਹਾ, ਕਹਿੰਦੇ ਅਸਤੀਫਾ ਹਰੇ ਪੈਨ ਨਾਲ ਹੈ, ਡੇਟ ਨੀਲੇ ਪੈਨ ਨਾਲ ਹੈ, ਇਹ ਕੀ ਚੱਕਰ ਹੈ? ਮੈਂ ਹੀ ਪਾਈ ਹੈ ਸੀਐਮ ਹਾਊਸ ਹੈ ਉਹ। ਮੈਂ ਜਦੋਂ ਸਾਰਾ ਥੱਲੇ ਹਰੇ ਪੈਨ ਨਾਲ ਲਿਖਤਾ ਨਾ, ਤਾਂ ਮੈਂ ਕਿਹਾ ਯਾਰ ਡੇਟ ਤਾਂ ਪਾਈ ਨਹੀਂ, ਕਿਤੇ ਆਏ ਨਾ ਰਹਿ ਜੀ, ਤਾਂ ਫਿਰ ਮੈਂ ਉੱਤੇ ਡੇਟ ਮੇਰੀ ਜੇਬ 'ਚ ਜਿਹੜਾ ਪੈਨ ਸੀ ਮੈਂ ਉਹਦੇ ਨਾਲ ਪਾ। ਸੀਐਮ ਸਾਹਿਬ ਨੇ ਅੱਜ ਵੀ ਬਿਆਨ ਦਿੱਤਾ, ਕਹਿੰਦੇ ਮੈਂ ਤਾਂ ਅਖੀਰਲੇ ਟਾਈਮ ਤੱਕ ਮਨਾਉਂਦਾ ਰਿਹਾ, ਅੱਗੇ ਵੀ ਸਰਵਿਸਿਜ਼ ਜਾਂ ਅੱਗੇ ਵੀ ਕਿਸ ਤਰੀਕੇ ਦੇ ਨਾਲ ਤੁਹਾਡਾ ਸਲਾਹ ਜਿਹੜੀ ਹੈ ਸਰਕਾਰ ਨੂੰ? ਬਹੁਤ ਬਣਾਇਆ ਮੈਂ, ਕਹੀਏ ਬਹੁਤ, ਮਤਲਬ ਤਹਿ ਦਿਲ ਤੋਂ ਉਹਨਾਂ ਨੇ ਕਿਹਾ ਕਿ ਆਈ ਵਾਂਟ ਯੂ, ਤਾਂ ਫਿਰ ਮੈਂ ਕਿਹਾ ਜੀ ਹੁਣ ਮੈਨੂੰ ਛੁੱਟੀ ਦਿਓ, ਸਾਰਾ ਹੋਰ ਕੰਮ ਕਰਾਂਗੇ। ਕੀ ਪਤਾ ਹੈ ਸਰਕਾਰਾਂ ਨੇ, ਪਾਰਟੀਆਂ ਨੇ ਸਾਡੇ ਬਾਰੇ ਕੁਝ ਹੋਰ ਸੋਚਿਆ ਹੋਵੇ। ਹਮੇਸ਼ਾ ਇਹ ਸੋਚਣੀ ਚਾਹੀਦੀ ਚੀਜ਼, ਅੱਛੀ ਸੋਚਣੀ ਚਾਹੀਦੀ। ਕੀ ਲੱਗਦਾ ਕੀ ਸੋਚਿਆ ਹੋਏਗਾ ਪਾਰਟੀ ਨੇ ਅੱਗੇ? ਕਦੀ ਪਾਰਟੀ ਦੇ ਵਿੱਚ ਹੋਰ ਰੋਲ ਦੇ ਉੱਤੇ ਨਜ਼ਰ ਆ ਸਕਦੇ ਹੋ? ਮਰਜ਼ੀ ਪਾਰਟੀ ਜਿਹੜੀ ਡਿਊਟੀ ਦੇਗੀ ਉਹ ਅਸੀਂ ਕਰਾਂਗੇ, ਸਿੰਸੈਰਿਟੀ ਦੇ ਨਾਲ ਕਰਾਂਗੇ। ਕੋਈ ਰੋਲਾ ਨਹੀਂ ਹੈ, ਕੋਈ ਸਿੱਖ ਅਫਸਰ ਨਾਲ ਕੋਈ ਬਹਿਸ ਨਹੀਂ ਹੈ, ਜੋ ਚਰਚਾਵਾਂ ਨੇ, ਜੋ ਮੀਡੀਆ ਟਾਕਸ ਨੇ? ਸਾਰੇ ਅਫਸਰ, ਇਹੀ ਤਾਂ ਮੇਰੀ ਕਮਾਈ ਹੈ, ਦੋਸਤੀ ਤਾਂ ਕਮਾਈ ਹੈ ਸਾਰੇ। ਹੁਣ ਵੀ ਜਿਹੜੇ ਹੁਣ ਤੁਸੀਂ ਦੇਖੋ ਜਿਹੜੇ ਐਡਵੋਕੇਟ ਜਨਰਲ ਹੈ ਕਈ ਸਾਹਿਬ ਵੀ, ਉਹ ਹੀ ਇਜ਼ ਗੁੱਡ ਫਰੈਂਡ ਆਫ ਮਾਈਨ। ਪਿਛਲੇ ਕੁਝ ਜਿਹੜੀਆਂ ਹੈਪਨਿੰਗਸ ਹੋਈਆਂ ਨੇ, ਫਿਰ ਉਹ ਭਾਵੇਂ ਚੀਫ ਸੈਕਟਰੀ ਦੀ ਚੇਂਜ ਨੂੰ ਲੈ ਕੇ ਹੋਵੇ, ਡੀਜੀਪੀ ਨੂੰ ਲੈ ਕੇ ਹੋਵੇ, ਔਰ ਹੁਣ ਤੁਹਾਡਾ, ਇਹ 3 ਇਹੋ ਜਿਹੇ ਪੋਰਟਫੋਲੀਓਜ਼ ਨੇ ਜਿਹੜੇ ਬੜੇ ਸਟਰੋਂਗ ਇੱਕ ਸਰਕਾਰ ਦੇ ਵਿੱਚ ਮੰਨੇ ਜਾਂਦੇ ਨੇ, ਔਰ ਇਹਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ। ਜਦੋਂ ਇਹੀ ਬਦਲ ਜਾਣ ਤਾਂ ਕਿਵੇਂ ਲੱਗਦਾ ਹੈ ਕਿ ਸਰਕਾਰ ਦੇ ਉੱਤੇ ਵੀ ਸਵਾਲ ਖੜਾ ਹੁੰਦਾ ਹੈ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਉਹ ਕੀ ਪਤਾ ਕਿ ਪਹਿਲੇ ਵਾਲੇ ਜਿਹੜੇ 2 ਮਹਿਕਮਿਆਂ ਦੀ ਗੱਲ ਕਰ ਰਹੇ ਹੋ ਕਿਸ ਤਰੀਕੇ ਕਿਸ ਹਾਲਾਤ ਦੇ ਵਿੱਚ ਬਦਲੇ ਗਏ, ਤਾਂ ਸਾਡੇ ਤਾਂ ਮੈਂ ਖੁਦ ਆਪਣੇ ਆਪ ਹੀ ਕਿਹਾ, ਰਿਕੁਐਸਟ ਕੀਤੀ ਹੈ, ਮੇਰੀ ਰਿਕੁਐਸਟ ਮੰਨੀ ਗਈ, ਆਈ ਐਮ ਇੰਡੈਪਟਡ। ਥੈਂਕ ਯੂ। ਤਾਂ ਅਨਮੋਲ ਰਤਨ ਸਿੱਧੂ ਹੁਣੀ ਸਾਡੇ ਨਾਲ ਇਸ ਵੇਲੇ ਮੌਜੂਦ ਸੀ, ਔਰ ਕਹਿ ਰਹੇ ਨੇ ਕਿ ਪਰਸਨਲ ਰੀਜ਼ਨਸ ਦੇ ਕਰਕੇ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ, ਪਰ ਜਿਸ ਤਰੀਕੇ ਨਾਲ ਕੰਮ ਕਰ ਰਹੇ ਸੀ ਲੋਕ ਕਾਫੀ ਤਾਰੀਫ ਕਰ ਰਹੇ ਸੀ, ਪਰ ਹੁਣ ਕਾਰਨ ਪਰਸਨਲ ਨੇ ਜਾਂ ਜਿਸ ਤਰੀਕੇ ਨਾਲ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਨੇ, ਉਹ ਤੁਹਾਡੇ ਸਾਹਮਣੇ ਹੈ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।